ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਜਾਣੋ ਇਮੀਗ੍ਰੇਸ਼ਨ ਦਾ ਹਾਲ, IRCC ਨੇ ਦਿੱਤੀ ਜਾਣਕਾਰੀ। ਕੈਨੇਡਾ ਨੇ ਫਿਰ ਕੀਤੀ ਸਖਤੀ, ਯਾਤਰੀਆਂ ਵਾਸਤੇ ਐਲਾਨੇ ਨਵੇਂ ਨਿਯਮ। ਅਮਰੀਕਾ ਨੇ ਕੀਤੀ ਸਖਤੀ, ਯਾਤਰਾ ਬਾਰੇ ਐਲਾਨ ਕੀਤੇ ਨਵੇਂ ਨਿਯਮ। ਅਮਰੀਕਾ ਕਰੇਗਾ ਕੈਨੇਡਾ ਨਾਲ ਬਾਰਡਰ ਬੰਦ, ਅਮਰੀਕਾ ਵਾਲੇ ਪਾਸੇ ਤੋਂ ਆਇਆ ਜਵਾਬ। ਅਮਰੀਕਾ 'ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ, ਅਧਿਕਾਰੀਆਂ ਨੇ ਕੀਤੀ ਇਸ ਦੀ ਪੁਸ਼ਟੀ। ਕੈਨੇਡਾ ਵਿੱਚ ਨਵੰਬਰ ਮਹੀਨਾ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਕਿਸ ਤਰ੍ਹਾਂ ਦਾ ਰਿਹਾ, ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਮਹੀਨੇ ਦੌਰਾਨ ਵੱਖ-ਵੱਖ ਸੂਬਿਆਂ ਵੱਲੋਂ ਕਈ ਡਰਾਅ ਐਲਾਨ ਕੀਤੇ ਗਏ। ਇਨ੍ਹਾਂ PNP ਡਰਾਅ ਤਹਿਤ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਨਵੰਬਰ ਮਹੀਨਾ ਇਮੀਗ੍ਰੇਸ਼ਨ ਵਾਸਤੇ ਕਿਸ ਤਰ੍ਹਾਂ ਦਾ ਰਿਹਾ, ਤੁਹਾਨੂੰ ਦੱਸਾਂਗੇ ਅਸੀਂ ਇਸ ਖਬਰ 'ਚ। ਨਵੰਬਰ ਮਹੀਨੇ ਇਮੀਗ੍ਰੇਸ਼ਨ ਦਾ ਮਾਹੌਲ ਕਿਸ ਤਰ੍ਹਾਂ ਦਾ ਰਿਹਾ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਨਵੰਬਰ ਮਹੀਨੇ ਜੋ PNP ਡਰਾਅ ਕੱਢੇ ਗਏ, ਇਸ ਬਾਰੇ ਹੁਣ IRCC ਵੱਲੋਂ ਡੀਟੇਲ ਸਾਂਝੀ ਕੀਤੀ ਗਈ। ਇਸ ਮਹੀਨੇ ਦੌਰਾਨ ਕੈਨੇਡਾ ਦੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਜ਼ਰੀਏ 3000 ਦੇ ਕਰੀਬ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਕੈਨੇਡਾ ਦੇ ਵੱਖ-ਵੱਖ ਸੂਬੇ ਅਤੇ ਟੈਰੀਟਰੀਜ਼ ਵੱਲੋਂ ਲਗਾਤਾਰ PNP ਡਰਾਅ ਦਾ ਐਲਾਨ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਵੱਲੋਂ ਨਵੰਬਰ ਮਹੀਨੇ ਦੌਰਾਨ 6 ਡਰਾਅ ਐਲਾਨ ਕੀਤੇ ਗਏ, ਜਿਸ ਵਿੱਚ 861 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਹ ਸੱਦੇ ਉਹਨਾਂ ਵੱਲੋਂ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਅਤੇ ਸਕਿਲਸ ਇਮੀਗ੍ਰੇਸ਼ਨ ਰਾਹੀਂ ਜਾਰੀ ਕੀਤੇ ਗਏ। ਮੈਨੀਟੋਬਾ ਵੱਲੋਂ ਇਸ ਮਹੀਨੇ ਦੌਰਾਨ 2 ਡਰਾਅ ਕੱਢੇ ਗਏ, ਜੋ ਕਿ ਸਕਿਲਡ ਵਰਕਰਸ ਇਨ ਮੈਨੀਟੋਬਾ ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਅਤੇ ਸਕਿਲਡ ਵਰਕਰਸ ਓਵਰਸੀਜ਼ ਦੇ ਵਿੱਚੋਂ ਸਨ। ਜੋ ਡਰਾਅ ਮੈਨੀਟੋਬਾ ਵੱਲੋਂ ਕੱਢੇ ਗਏ, ਇਹਨਾਂ ਦਾ ਐਲਾਨ 1 ਨਵੰਬਰ ਅਤੇ 18 ਨਵੰਬਰ ਨੂੰ ਕੀਤਾ ਗਿਆ, ਜਿਸ ਤਹਿਤ 849 ਲੈਟਰ ਆਫ ਐਡਵਾਈਸ ਟੂ ਅਪਲਾਈ ਜਾਰੀ ਕੀਤੇ ਗਏ। ਇਹਨਾਂ ਵਿੱਚੋਂ 143 ਇਨਵੀਟੇਸ਼ਨ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਤੋਂ ਸਨ। ਨਵੰਬਰ ਮਹੀਨੇ ਦੌਰਾਨ ਸਸਕੈਚੁਆਨ ਵੱਲੋਂ ਇੱਕ ਵੱਡਾ ਡਰਾਅ ਕੱਢਿਆ ਗਿਆ, ਜਿਸ ਵਿੱਚ ਉਨ੍ਹਾਂ ਵੱਲੋਂ 633 ਇਨਵੀਟੇਸ਼ਨ ਜਾਰੀ ਕੀਤੇ ਗਏ। ਹਾਲ ਹੀ ਦੌਰਾਨ ਸਸਕੈਚੁਆਨ ਵੱਲੋਂ ਇੱਕ ਨਵੇਂ ਪਾਇਲਟ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਦਸੰਬਰ 2021 ਤੋਂ ਹੋਣ ਜਾ ਰਹੀ ਹੈ। ਅਲਬਰਟਾ ਵੱਲੋਂ ਨਵੰਬਰ ਮਹੀਨੇ ਦੌਰਾਨ ਇੱਕ ਰਾਉਂਡ ਆਫ ਇਨਵੀਟੇਸ਼ਨ ਕੱਢਿਆ ਗਿਆ, ਜੋ ਕਿ ਅਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਐਕਸਪ੍ਰੈਸ ਐਂਟਰੀ ਸਟਰੀਮ ਤੋਂ ਸੀ। ਇਸ ਡਰਾਅ ਦਾ ਐਲਾਨ 9 ਨਵੰਬਰ ਨੂੰ ਕੀਤਾ ਗਿਆ, ਜਿਸ ਵਿੱਚ 200 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਇਸ ਵਾਸਤੇ ਉਨ੍ਹਾਂ ਕੋਲ 443 ਸਕੋਰਸ ਦੀ ਜ਼ਰੂਰਤ ਰਹੀ। ਇਸ ਮਹੀਨੇ ਦੌਰਾਨ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ 18 ਨਵੰਬਰ ਨੂੰ ਇੱਕ ਪ੍ਰੀ ਸਕੈਜੂਅਲ ਡਰਾਅ ਕੱਢਿਆ ਗਿਆ, ਜਿਸ ਵਿੱਚ ਉਨ੍ਹਾਂ ਵੱਲੋਂ 188 ਇਨਵੀਟੇਸ਼ਨ ਜਾਰੀ ਕੀਤੇ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਇਨਵੀਟੇਸ਼ਨ, ਜੋ ਕਿ 172 ਸਨ, ਇਹ ਐਕਸਪ੍ਰੈਸ ਐਂਟਰੀ ਅਤੇ ਲੇਬਰ ਇੰਪੈਕਟ ਕੈਂਡੀਡੇਟਸ ਨੂੰ ਦਿੱਤੇ ਗਏ ਤੇ ਬਾਕੀ 16 ਇਨਵੀਟੇਸ਼ਨ ਬਿਜ਼ਨਸ ਇੰਪੈਕਟ ਕੈਂਡੀਡੇਟਸ ਨੂੰ ਹਾਸਿਲ ਹੋਏ। ਹੁਣ ਤੱਕ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਇਸ ਸਾਲ ਦੌਰਾਨ 11 ਡਰਾਅ ਕੱਢੇ ਗਏ, ਜਿਸ ਦੇ ਤਹਿਤ 1729 ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਚੁੱਕੇ ਨੇ। ਨੋਵਾ ਸਕੋਸ਼ੀਆ ਵੱਲੋਂ 18 ਨਵੰਬਰ ਨੂੰ ਡਰਾਅ ਦਾ ਐਲਾਨ ਕੀਤਾ ਗਿਆ, ਜਿੱਥੇ ਉਨ੍ਹਾਂ ਵੱਲੋਂ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਨਵੰਬਰ ਮਹੀਨੇ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਵੱਲੋਂ ਆਪਣੇ 3 ਡਰਾਅ ਦੀਆਂ ਡੀਟੇਲ ਸਾਂਝੀਆਂ ਕੀਤੀਆਂ ਗਈਆਂ। ਇਹ 3 ਡਰਾਅ ਪ੍ਰਾਇਓਰਿਟੀ ਸਕਿਲਸ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਸਟਰੀਮ ਦੇ ਵਿੱਚੋਂ ਸਨ, ਜਿਸ ਵਿੱਚ ਉਨ੍ਹਾਂ ਵੱਲੋਂ 643 ਇਨਵੀਟੇਸ਼ਨ ਜਾਰੀ ਕੀਤੇ ਗਏ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਹੁਣ ਕੈਨੇਡਾ ਵੱਲੋਂ ਯਾਤਰਾ ਸੰਬੰਧੀ ਨਵੀਆਂ ਪਾਬੰਦੀਆਂ ਐਲਾਨ ਕੀਤੀਆਂ ਗਈਆਂ। ਹੁਣ ਜਿਹੜੇ ਵੀ ਯਾਤਰੀ ਕੈਨੇਡਾ ਆਉਣਗੇ, ਉਹਨਾਂ ਦਾ ਇੱਥੇ ਪਹੁੰਚਣ ਤੇ ਕੋਰੋਨਾ ਟੈਸਟ ਕੀਤਾ ਜਾਵੇਗਾ। ਚਾਹੇ ਯਾਤਰੀ ਦੇ ਕੋਵਿਡ-19 ਵੈਕਸੀਨ ਲੱਗੀ ਹੋਈ ਹੈ ਜਾਂ ਫਿਰ ਨਹੀਂ, ਇਹ ਦੋਹਾਂ ਦੇ ਉੱਪਰ ਲਾਗੂ ਹੋਵੇਗਾ। ਜਦੋਂ ਤੱਕ ਟੈਸਟ ਦੀ ਰਿਪੋਰਟ ਨਹੀਂ ਆ ਜਾਂਦੀ, ਉਦੋਂ ਤੱਕ ਯਾਤਰੀ ਨੂੰ ਸੈਲਫ ਆਈਸੋਲੇਟ ਕਰਨਾ ਹੋਵੇਗਾ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਹੁਣ ਕੈਨੇਡਾ ਵੱਲੋਂ ਯਾਤਰਾ ਸੰਬੰਧੀ ਹੋਰ ਪਾਬੰਦੀਆਂ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ। ਫੈਡਰਲ ਸਰਕਾਰ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਜਿਹੜੇ ਯਾਤਰੀ ਹਵਾਈ ਸਫ਼ਰ ਕਰਕੇ ਕੈਨੇਡਾ ਪਹੁੰਚਣਗੇ, ਉਹਨਾਂ ਨੂੰ ਇੱਥੇ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਜੀ ਹਾਂ, ਫੈਡਰਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਹੁਣ ਕੈਨੇਡਾ ਦਾਖਲ ਹੋਣ ਵਾਲੇ ਸਾਰੇ ਹਵਾਈ ਯਾਤਰੀਆਂ ਨੂੰ 에ਅਰਪੋਰਟ ਤੇ ਪਹੁੰਚਦਿਆਂ ਹੀ ਕੋਵਿਡ ਟੈਸਟ ਕਰਾਉਣਾ ਪਵੇਗਾ। ਇਹ ਰਾਹਤ ਉਹਨਾਂ ਵੱਲੋਂ US ਤੋਂ ਆਉਣ ਵਾਲੇ ਯਾਤਰੀਆਂ ਨੂੰ ਦਿੱਤੀ ਗਈ ਹੈ, ਜਿਸ ਦਾ ਮਤਲਬ ਹੈ ਕਿ US ਤੋਂ ਇਲਾਵਾ ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਲਈ, ਚਾਹੇ ਉਹ ਵੈਕਸੀਨੇਟਡ ਹਨ ਚਾਹੇ ਨਹੀਂ, ਉਹਨਾਂ ਨੂੰ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਇਸ ਬਾਰੇ ਵਧੇਰੇ ਜਾਣਕਾਰੀ ਹੈਲਥ ਮਿਨਿਸਟਰ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਯਾਤਰੀਆਂ ਦਾ ਵੈਕਸੀਨ ਸਟੇਟਸ ਕੁਝ ਵੀ ਹੋਵੇ, ਪਰ ਹੁਣ ਜੋ ਸਰਕਾਰ ਵੱਲੋਂ ਨਵੀਂ ਸ਼ਰਤ ਲਿਆਂਦੀ ਗਈ, ਇਹ ਸਾਰੇ ਯਾਤਰੀਆਂ ਤੇ ਲਾਗੂ ਹੋਵੇਗੀ। ਇਹ ਸ਼ਰਤ ਕੈਨੇਡੀਅਨ ਨਾਗਰਿਕ ਅਤੇ PR ਦੇ ਉੱਪਰ ਵੀ ਲਾਗੂ ਹੋ ਜਾਵੇਗੀ। ਜਦੋਂ ਤੱਕ ਇਨ੍ਹਾਂ ਯਾਤਰੀਆਂ ਦੇ ਕੋਰੋਨਾ ਟੈਸਟ ਦੀ ਰਿਪੋਰਟ ਨਹੀਂ ਆ ਜਾਂਦੀ, ਉਸ ਵੇਲੇ ਤੱਕ ਯਾਤਰੀਆਂ ਲਈ ਜ਼ਰੂਰੀ ਹੋਵੇਗਾ ਕਿ ਉਹ ਸੈਲਫ ਆਈਸੋਲੇਟ ਹੋਣ। ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਜੋ ਨਵਾਂ ਰੂਪ ਸਾਹਮਣੇ ਆਇਆ, ਉਸ ਤੋਂ ਬਾਅਦ ਕੈਨੇਡਾ ਸਰਕਾਰ ਵੱਲੋਂ ਵੀ ਸਖਤੀ ਦੇ ਬਾਰੇ ਫੈਸਲਾ ਕੀਤਾ ਗਿਆ। ਇਹ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਪਿਛਲੇ ਹਫ਼ਤੇ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹੁਣ ਕਈ ਦੇਸ਼ਾਂ ਵੱਲੋਂ ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਾਰ ਫਿਰ ਤੋਂ ਨਵੇਂ ਨਿਯਮ ਦੱਸੇ ਜਾ ਰਹੇ ਨੇ।
ਕੈਨੇਡਾ ਵੱਲੋਂ ਸਭ ਤੋਂ ਪਹਿਲਾਂ ਕਾਰਵਾਈ ਕਰਦਿਆਂ 7 ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਲਗਾਈ ਸੀ ਤੇ ਹੁਣ ਇਸ ਲਿਸਟ ਵਿੱਚ 3 ਹੋਰ ਦੇਸ਼ਾਂ ਦੇ ਨਾਮ ਵੀ ਸ਼ਾਮਿਲ ਕੀਤੇ ਗਏ, ਜਿਸ ਵਿੱਚ ਨਾਈਜੀਰੀਆ ਦਾ ਨਾਮ ਵੀ ਹੈ। ਦੱਸਣਯੋਗ ਹੈ ਕਿ ਕੈਨੇਡਾ ਦੇ ਕਈ ਸੂਬਿਆਂ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਚੁੱਕੇ ਨੇ। ਇਹ ਓਮਿਕਰੌਨ ਵੇਰੀਐਂਟ ਦੇ ਮਾਮਲੇ ਕਿਊਬੈਕ, ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਤੇ ਐਲਬਰਟਾ ਤੋਂ ਸਾਹਮਣੇ ਆਏ। ਹੁਣ ਇਸ ਨਵੇਂ ਰੂਪ ਨੂੰ ਲੈ ਕੇ ਕਈ ਤਰ੍ਹਾਂ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਕੈਨੇਡਾ ਵੱਲੋਂ ਵੀ ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਨਿਯਮ ਐਲਾਨੇ ਜਾ ਰਹੇ ਹਨ। ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਹੁਣ ਅਮਰੀਕਾ ਵੱਲੋਂ ਵੀ ਸਖਤੀ ਕੀਤੀ ਜਾ ਸਕਦੀ ਹੈ। ਇਹ ਸਖਤੀ ਯਾਤਰੀਆਂ ਨਾਲ ਜੁੜੀ ਹੋਈ ਹੈ। ਹੋ ਸਕਦਾ ਹੈ ਕਿ ਕੁਝ ਹੀ ਦਿਨਾਂ ਦੌਰਾਨ ਅਮਰੀਕਾ ਵੱਲੋਂ ਐਲਾਨ ਕੀਤਾ ਜਾਵੇ, ਜਿਸ ਬਾਰੇ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਵੀ ਅਮਰੀਕਾ ਦੇ ਵਿੱਚ ਯਾਤਰੀ ਆਉਣਗੇ ਉਹਨਾਂ ਲਈ ਹੁਣ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ, ਜੋ ਕਿ 에ਅਰਪੋਰਟ ਤੇ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹੋਰ ਕਿਹੜੇ ਨਿਯਮ ਯਾਤਰੀਆਂ ਉੱਤੇ ਲਾਗੂ ਕੀਤੇ ਜਾ ਸਕਦੇ ਨੇ, ਜਾਣੋ ਇਸ ਖਬਰ ਰਾਹੀਂ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਹੁਣ ਅਮਰੀਕਾ ਵਿੱਚ ਵੀ ਯਾਤਰਾ ਸੰਬੰਧੀ ਪਾਬੰਦੀਆਂ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਗੱਲ ਨੂੰ ਲੈ ਕੇ ਵਿਚਾਰ ਕੀਤੀ ਜਾ ਰਹੀ ਹੈ ਕਿ ਅਮਰੀਕਾ ਆਉਣ ਵਾਲੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਕੀਤਾ ਜਾਵੇ। ਇਸ ਨਵੇਂ ਨਿਯਮ ਦੇ ਮੁਤਾਬਕ ਅਮਰੀਕਾ ਵਿੱਚ ਜਿਹੜੇ ਵੀ ਯਾਤਰੀ ਦਾਖਲ ਹੋਣਗੇ ਉਹਨਾਂ ਦਾ ਇੱਥੇ ਪਹੁੰਚਣ ਤੇ ਕੋਰੋਨਾ ਟੈਸਟ ਕੀਤਾ ਜਾਵੇਗਾ। ਇਨ੍ਹਾਂ ਯਾਤਰੀਆਂ ਦੇ ਚਾਹੇ ਕੋਵਿਡ-19 ਵੈਕਸੀਨ ਲੱਗੀ ਹੋਵੇ, ਪਰ ਫਿਰ ਵੀ ਹੁਣ ਅਮਰੀਕਾ ਪਹੁੰਚਣ ਤੇ ਟੈਸਟ ਜ਼ਰੂਰੀ ਹੋਵੇਗਾ। ਦੱਸ ਦਈਏ ਕਿ ਅਧਿਕਾਰੀਆਂ ਵੱਲੋਂ ਅਜੇ ਇਸ ਬਾਰੇ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ ਗਈ। ਜਲਦ ਹੀ ਇਸ ਤਰ੍ਹਾਂ ਦਾ ਅਮਰੀਕਾ ਵੱਲੋਂ ਫੈਸਲਾ ਲਿਆਂਦਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮਿਕਰੌਨ ਮਿਲਣ ਤੋਂ ਬਾਅਦ ਹੁਣ ਕਈ ਦੇਸ਼ਾਂ ਵੱਲੋਂ ਯਾਤਰਾ ਸੰਬੰਧੀ ਮੁੜ ਤੋਂ ਸਖਤੀਆਂ ਕੀਤੀਆਂ ਜਾ ਰਹੀਆਂ ਨੇ। ਇਸੇ ਦੌਰਾਨ ਅਮਰੀਕਾ ਵੱਲੋਂ ਵੀ ਸਖਤੀਆਂ ਕਰਨ ਬਾਰੇ ਫੈਸਲਾ ਕੀਤਾ ਜਾਣਾ ਬਾਕੀ ਹੈ। ਮੌਜੂਦਾ ਸਮੇਂ ਅਮਰੀਕਾ ਵਿੱਚ ਜਿਹੜੇ ਵੈਕਸੀਨੇਟਡ ਯਾਤਰੀ ਆਉਂਦੇ ਨੇ ਉਹਨਾਂ ਨੇ ਡਿਪਾਰਚਰ ਤੋਂ 3 ਦਿਨਾਂ ਦੌਰਾਨ ਦਾ ਟੈਸਟ ਮੰਗਿਆ ਜਾਂਦਾ ਹੈ। ਹਾਲ ਹੀ 'ਚ CDC ਡਾਇਰੈਕਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਏਜੰਸੀ ਵੱਲੋਂ ਇਸ ਗੱਲ ਨੂੰ ਲੈ ਕੇ ਵਿਚਾਰ ਕੀਤੀ ਜਾ ਰਹੀ ਹੈ ਕਿ ਯਾਤਰਾ ਕਿਵੇਂ ਸੁਰੱਖਿਅਤ ਕੀਤੀ ਜਾ ਸਕੇ। ਉਨ੍ਹਾਂ ਵੱਲੋਂ ਇਸ ਸੰਬੰਧੀ ਅਜੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਅਮਰੀਕਾ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਸਾਊਥ ਅਫਰੀਕਾ ਦੇ ਕਈ ਦੇਸ਼ਾਂ ਨਾਲ ਯਾਤਰਾ ਸੰਬੰਧੀ ਰੋਕ ਲਗਾਈ ਜਾ ਰਹੀ ਹੈ। ਹੁਣ ਜਲਦ ਹੀ ਅਮਰੀਕਾ ਵੱਲੋਂ ਨਵੀਆਂ ਪਾਬੰਦੀਆਂ ਐਲਾਨੇ ਜਾਣ ਦੀ ਉਮੀਦ ਹੈ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਮੁੜ ਤੋਂ ਅਮਰੀਕਾ ਵੱਲੋਂ ਕੈਨੇਡਾ ਨਾਲ ਬਾਰਡਰ ਬੰਦ ਕੀਤਾ ਜਾਵੇਗਾ ਜਾਂ ਫਿਰ ਨਹੀਂ। ਇਸ ਬਾਰੇ ਹੁਣ ਅਮਰੀਕਾ ਵਾਲੇ ਪਾਸੇ ਤੋਂ ਜਵਾਬ ਆਇਆ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਅਜੇ ਇਸ ਸੰਬੰਧੀ ਕੋਈ ਵੀ ਯੋਜਨਾ ਨਹੀਂ ਹੈ ਕਿ ਕੈਨੇਡਾ ਨਾਲ ਬਾਰਡਰ ਬੰਦ ਕੀਤਾ ਜਾਵੇਗਾ ਜਾਂ ਫਿਰ ਨਹੀਂ। ਉਹਨਾਂ ਵੱਲੋਂ ਇਸ ਬਾਰੇ ਜੋ ਸਵਾਲ ਪੁੱਛਿਆ ਗਿਆ ਸੀ, ਉਸ ਸਪੋਕਸਪਰਸਨ ਵੱਲੋਂ ਜਵਾਬ ਦਿੱਤਾ ਗਿਆ। ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਤਾਂ ਸਵਾਲ ਖੜਾ ਹੋ ਗਿਆ ਕਿ ਅਮਰੀਕਾ ਵੱਲੋਂ ਕੈਨੇਡਾ ਨਾਲ ਬਾਰਡਰ ਤਾਂ ਨਹੀਂ ਬੰਦ ਕੀਤਾ ਜਾਵੇਗਾ। ਹੁਣ ਇਸ ਦਾ ਜਵਾਬ US ਵੱਲੋਂ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਤਰ੍ਹਾਂ ਦੀ ਕੋਈ ਵੀ ਯੋਜਨਾ ਨਹੀਂ ਹੈ ਕਿ ਕੈਨੇਡਾ ਨਾਲ ਬਾਰਡਰ ਬੰਦ ਕੀਤਾ ਜਾਵੇ। ਵਾਈਟ ਹਾਊਸ ਵੱਲੋਂ ਇਸ ਬਾਰੇ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਵਿੱਚ ਉਹਨਾਂ ਦੱਸਿਆ ਕਿ ਓਮਿਕਰੌਨ ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫਿਲਹਾਲ ਉਹਨਾਂ ਦਾ ਇਸ ਤਰ੍ਹਾਂ ਦਾ ਕੋਈ ਵੀ ਵਿਚਾਰ ਨਹੀਂ ਹੈ ਕਿ ਕੈਨੇਡਾ ਨਾਲ ਬਾਰਡਰ ਤੇ ਰੋਕ ਲਗਾ ਦਿੱਤੀ ਜਾਵੇ। ਇਸ ਬਾਰੇ ਅਮਰੀਕੀ ਰਾਸ਼ਟਰਪਤੀ ਦੇ ਬੁਲਾਰੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦਰਅਸਲ ਉਹਨਾਂ ਨੂੰ ਬਾਰਡਰ ਸੰਬੰਧੀ ਸਵਾਲ ਪੁੱਛਿਆ ਗਿਆ ਸੀ, ਜਿਸ ਦਾ ਜਵਾਬ ਉਹਨਾਂ ਵੱਲੋਂ ਦਿੱਤਾ ਗਿਆ। ਰਾਸ਼ਟਰਪਤੀ ਦੇ ਸਪੋਕਸਪਰਸਨ ਦਾ ਕਹਿਣਾ ਹੈ ਕਿ ਇਹ ਫੈਸਲਾ ਹੈਲਥ ਅਤੇ ਮੈਡੀਕਲ ਟੀਮਾਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਲਿਆ ਜਾਂਦਾ ਹੈ। ਫਿਲਹਾਲ ਇਸ ਤਰ੍ਹਾਂ ਦੀ ਉਹਨਾਂ ਕੋਲ ਕੋਈ ਵੀ ਸਿਫਾਰਿਸ਼ ਨਹੀਂ ਆਈ। ਪਰ ਦੂਜੇ ਪਾਸੇ ਉਹਨਾਂ ਇਹ ਵੀ ਸਪਸ਼ਟ ਕਰ ਦਿੱਤਾ ਕਿ ਲਗਾਤਾਰ ਉਹ ਜੋ ਓਮਿਕਰੌਨ ਵੇਰੀਐਂਟ ਦੇ ਮਾਮਲੇ ਨੇ ਉਸ ਉੱਪਰ ਨਜ਼ਰ ਬਣਾਈ ਬੈਠੇ ਨੇ। ਜੇਕਰ ਭਵਿੱਖ ਵਿੱਚ ਕੁਝ ਸਖਤ ਕਦਮ ਚੁੱਕਣੇ ਪੈਣਗੇ ਤਾਂ ਉਹ ਅਜਿਹਾ ਕਰਨ ਲਈ ਤਿਆਰ ਨੇ। ਦੱਸ ਦਈਏ ਕਿ ਕੈਨੇਡਾ ਦੇ ਕਈ ਹਿੱਸਿਆਂ ਵਿੱਚ ਨਵੇਂ ਵੇਰੀਐਂਟ ਨਾਲ ਸੰਬੰਧਿਤ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਓਮਿਕਰੌਨ ਵੇਰੀਐਂਟ ਦੇ ਮਾਮਲੇ ਕਿਊਬੈਕ, ਓਟਵਾ, ਐਲਬਰਟਾ ਇਹਨਾਂ ਜਗ੍ਹਾਵਾਂ ਤੋਂ ਸਾਹਮਣੇ ਆਏ ਹਨ। ਕੋਰੋਨਾ ਵੇਰੀਐਂਟ ਦਾ ਨਵਾਂ ਰੂਪ ਮਿਲਣ ਤੋਂ ਬਾਅਦ ਕੈਨੇਡਾ ਵੱਲੋਂ ਕਈ ਦੇਸ਼ਾਂ ਨਾਲ ਯਾਤਰਾ ਸੰਬੰਧੀ ਪਾਬੰਦੀ ਲਗਾ ਦਿੱਤੀ ਗਈ। ਉਨ੍ਹਾਂ ਵੱਲੋਂ ਕਈ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਇਸੇ ਤਰ੍ਹਾਂ ਦਾ ਕਦਮ ਅਮਰੀਕਾ ਵੱਲੋਂ ਵੀ ਚੁੱਕਿਆ ਜਾ ਰਿਹਾ ਹੈ। ਦੂਜੇ ਪਾਸੇ ਹੁਣ ਸਾਰੇ ਦੇਸ਼ਾਂ ਵੱਲੋਂ ਇੱਕੋ ਹੀ ਗੱਲ ਆਖੀ ਜਾ ਰਹੀ ਹੈ ਕਿ ਜੇਕਰ ਭਵਿੱਖ ਵਿੱਚ ਉਹਨਾਂ ਨੂੰ ਸਖਤੀ ਕਰਨੀ ਪੈਂਦੀ ਹੈ ਤਾਂ ਉਹ ਲੋਕਾਂ ਦੀ ਸੁਰੱਖਿਆ ਵਾਸਤੇ ਅਜਿਹਾ ਕਰਨ ਲਈ ਤਿਆਰ ਨੇ। ਅਮਰੀਕਾ ਤੋਂ ਵੀ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਦੀ ਪੁਸ਼ਟੀ ਹੋ ਚੁੱਕੀ ਹੈ। ਅਮਰੀਕਾ ਵਿੱਚ ਓਮਿਕਰੌਨ ਵੇਰੀਐਂਟ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ। ਕੈਲੀਫੋਰਨੀਆ ਦਾ ਵਿਅਕਤੀ ਅਜਿਹਾ ਪਹਿਲਾ ਵਿਅਕਤੀ ਹੈ ਜੋ ਕਿ ਅਮਰੀਕਾ ਵਿੱਚ ਇਸ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਸ਼ਿਕਾਰ ਪਾਇਆ ਗਿਆ ਹੈ। ਜੋ ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ, ਇਸ ਨਾਲ ਸੰਬੰਧਿਤ ਇੱਕ ਮਾਮਲੇ ਦੀ ਅਮਰੀਕਾ ਵਿੱਚ ਵੀ ਪੁਸ਼ਟੀ ਹੋਈ ਹੈ। ਜੀ ਹਾਂ, ਅਮਰੀਕਾ ਦੇ ਕੈਲੀਫੋਰਨੀਆ ਤੋਂ ਓਮਿਕਰੌਨ ਵੇਰੀਐਂਟ ਨਾਲ ਸੰਬੰਧਿਤ ਮਾਮਲਾ ਸਾਹਮਣੇ ਆਇਆ। ਹੁਣ ਅਮਰੀਕਾ ਵਿੱਚ ਕੈਲੀਫੋਰਨੀਆ ਦਾ ਵਿਅਕਤੀ ਅਜਿਹਾ ਪਹਿਲਾ ਇਨਸਾਨ ਬਣ ਗਿਆ ਹੈ ਜਿਸ ਵਿੱਚ ਓਮਿਕਰੌਨ ਵੇਰੀਐਂਟ ਪਾਇਆ ਗਿਆ ਹੈ। ਹੁਣ ਇਸ ਬਾਰੇ ਅਮਰੀਕੀ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਦੱਸਿਆ ਕਿ ਲਗਾਤਾਰ ਸਾਇੰਟਿਸਟ ਵੱਲੋਂ ਇਸ ਸੰਬੰਧੀ
ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਵੇਰੀਐਂਟ ਕਿੰਨੀ ਤੇਜ਼ੀ ਨਾਲ ਫੈਲਦਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕਾ ਵੱਲੋਂ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਯਾਤਰਾ ਸੰਬੰਧੀ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਵੱਲੋਂ ਅਫਰੀਕੀ ਦੇਸ਼ਾਂ ਉੱਤੇ ਟਰੈਵਲ ਬੈਨ ਲਗਾ ਦਿੱਤਾ ਗਿਆ ਹੈ, ਜਿੱਥੇ ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਸੀ। ਹੁਣ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਕੁਝ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਅਮਰੀਕਾ ਵਿੱਚ ਯਾਤਰਾ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਹੁਣ ਉਨ੍ਹਾਂ ਵੱਲੋਂ ਯਾਤਰੀਆਂ ਲਈ ਨਵਾਂ ਐਲਾਨ ਕੀਤਾ ਜਾ ਸਕਦਾ ਹੈ, ਜਿਸ ਮੁਤਾਬਕ ਅਮਰੀਕਾ ਪਹੁੰਚਣ ਤੇ ਯਾਤਰੀਆਂ ਦਾ ਕੋਰੋਨਾ ਟੈਸਟ ਲਾਜ਼ਮੀ ਕੀਤਾ ਜਾਵੇਗਾ। ਇਹ ਨਿਯਮ ਵੈਕਸੀਨੇਟਡ ਤੇ ਅਨਵੈਕਸੀਨੇਟਡ ਦੋਨਾਂ ਉੱਤੇ ਲਾਗੂ ਹੋਵੇਗਾ ਤੇ ਅਮਰੀਕੀ ਨਾਗਰਿਕਾਂ ਉੱਪਰ ਵੀ ਇਹ ਨਿਯਮ ਲਾਗੂ ਹੋਣ ਜਾ ਰਿਹਾ ਹੈ। ਉਧਰ ਦੂਜੇ ਪਾਸੇ ਅਮਰੀਕਾ ਵਿੱਚ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਨਹੀਂ ਲਗਵਾਈ ਉਹ ਕੋਰੋਨਾ ਦਾ ਟੀਕਾ ਹਾਸਲ ਕਰ ਲੈਣ ਤੇ ਦੂਜੇ ਪਾਸੇ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਬੂਸਟਰ ਸ਼ਾਟ ਲਗਾਉਣ ਵਾਸਤੇ ਵੀ ਕਿਹਾ ਜਾ ਰਿਹਾ ਹੈ। ਇਹ ਸਭ ਜੋ ਹੁਣ ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆਇਆ ਉਸ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਅਮਰੀਕਾ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵੱਲੋਂ ਹੁਣ ਅਫਰੀਕੀ ਦੇਸ਼ਾਂ ਨਾਲ ਯਾਤਰਾ ਸੰਬੰਧੀ ਰੋਕ ਲਗਾ ਦਿੱਤੀ ਗਈ ਹੈ। ਇਨ੍ਹਾਂ तमाम ਦੇਸ਼ਾਂ ਦਾ ਮਕਸਦ ਹੈ ਕਿ ਯਾਤਰਾ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਬਹੁਤ ਸਾਰੇ ਦੇਸ਼ ਅਜਿਹੇ ਸਨ ਜਿਨ੍ਹਾਂ ਵੱਲੋਂ ਯਾਤਰਾ ਸੰਬੰਧੀ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ, ਪਰ ਹੁਣ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਵੱਖ-ਵੱਖ ਦੇਸ਼ਾਂ ਵਿੱਚ ਚਿੰਤਾ ਵਧਦੀ ਹੋਈ ਦਿਖਾਈ ਦੇ ਰਹੀ ਹੈ, ਜਿਸ ਨੂੰ ਲੈ ਕੇ ਦੇਸ਼ਾਂ ਵੱਲੋਂ ਯਾਤਰਾ ਸੰਬੰਧੀ ਨਵੇਂ ਨਿਯਮ ਐਲਾਨੇ ਜਾ ਰਹੇ ਹਨ। ਅਜਿਹਾ ਕਦਮ ਕੈਨੇਡਾ ਵੱਲੋਂ ਵੀ ਚੁੱਕਿਆ ਗਿਆ, ਜਿੱਥੇ ਉਨ੍ਹਾਂ ਵੱਲੋਂ ਕੈਨੇਡਾ ਪਹੁੰਚਣ ਤੇ ਹਰ ਯਾਤਰੀ ਦਾ ਕੋਰੋਨਾ ਟੈਸਟ ਕੀਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਓਨਟਾਰੀਓ ਦੇ ਲੰਡਨ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ, ਜਿਸ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਦਿਲ ਤੋੜ ਦਿੱਤਾ। ਇਸ ਬਾਰੇ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਇੱਕ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਲੰਡਨ ਵਿੱਚ ਜੋ ਇੱਕ ਸੜਕ ਹਾਦਸਾ ਵਾਪਰਿਆ ਉਸਨੇ ਮੇਰਾ ਦਿਲ ਤੋੜ ਦਿੱਤਾ। ਦਰਅਸਲ ਇੱਕ ਸੜਕ ਹਾਦਸੇ ਦੌਰਾਨ 8 ਸਾਲਾ ਬੱਚੀ ਦੀ ਮੌਤ ਹੋ ਗਈ ਅਤੇ ਕਈ ਜਾਣੇ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਓਨਟਾਰੀਓ ਦੇ ਲੰਡਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਦਿਲ ਤੋੜ ਦਿੱਤਾ। ਲੰਡਨ ਵਿੱਚ ਇੱਕ ਜੋ ਹਾਦਸਾ ਵਾਪਰਿਆ, ਇਸ ਦੌਰਾਨ 8 ਸਾਲਾ ਬੱਚੀ ਦੀ ਮੌਤ ਹੋ ਗਈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਮਾਮਲੇ ਸੰਬੰਧੀ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਓਨਟਾਰੀਓ ਲੰਡਨ ਤੋਂ ਇਹ ਜੋ ਇੱਕ ਮਾਮਲਾ ਸਾਹਮਣੇ ਆਇਆ, ਇਸਨੇ ਮੇਰਾ ਦਿਲ ਤੋੜ ਦਿੱਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਪਰਿਵਾਰ ਦੇ ਨਾਲ ਹਨ ਤੇ ਇਸ ਦੌਰਾਨ ਜਿਹੜੇ ਜ਼ਖਮੀ ਹਾਲਤ ਵਿੱਚ ਹਸਪਤਾਲ ਨੇ ਉਹਨਾਂ ਦੀ ਜਲਦ ਰਿਕਵਰੀ ਹੋਣ ਸੰਬੰਧੀ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੁਆ ਕੀਤੀ ਗਈ। ਦੱਸ ਦਈਏ ਕਿ ਓਨਟਾਰੀਓ ਦੇ ਲੰਡਨ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ 8 ਸਾਲਾ ਲੜਕੀ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ 9 ਹੋਰ ਜਾਣੇ ਜ਼ਖਮੀ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇੱਕ 76 ਸਾਲਾ ਔਰਤ ਵੱਲੋਂ ਵਾਹਨ ਚਲਾਇਆ ਜਾ ਰਿਹਾ ਸੀ, ਜਿਸ ਨੇ ਕਈਆਂ ਨੂੰ ਟੱਕਰ ਮਾਰੀ। ਇਸ ਬਾਰੇ ਪੁਲਿਸ ਵੱਲੋਂ ਜੋ ਅਪਡੇਟ ਦਿੱਤੀ ਗਈ ਉਸ ਵਿੱਚ ਉਹਨਾਂ ਪੁਸ਼ਟੀ ਕੀਤੀ ਕਿ ਵਾਹਨ ਨੇ 10 ਫੀਮੇਲ ਰਾਹਗੀਰਾਂ ਨੂੰ ਟੱਕਰ ਮਾਰੀ, ਜਿਨ੍ਹਾਂ ਦੀ ਉਮਰ 6 ਸਾਲ ਤੋਂ 40 ਸਾਲ ਦੇ ਵਿਚਕਾਰ ਸੀ। ਇਸੇ ਵਿੱਚ ਹੀ ਇੱਕ 8 ਸਾਲਾ ਲੜਕੀ ਵੀ ਸ਼ਾਮਲ ਸੀ, ਜਿਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਐਮਰਜੈਂਸੀ ਸਰਵਿਸਿਜ਼ ਨੂੰ 6:45 ਤੇ ਵੰਡਰਲੈਂਡ ਰੋਡ ਦੇ ਨੇੜੇ ਬੁਲਾਇਆ ਗਿਆ। ਜੋ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ ਹੈ, ਉਸ ਮੁਤਾਬਕ 10 ਰਾਹਗੀਰਾਂ ਨੂੰ ਹਸਪਤਾਲ ਵਿੱਚ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸੇ ਵਿੱਚ 8 ਸਾਲਾ ਲੜਕੀ ਨੂੰ ਵੀ ਸ਼ਾਮਲ ਕੀਤਾ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਅਜੇ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਅਮਰੀਕਾ ਦੇ ਸਕੂਲ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਹੁਣ ਇਸ ਬਾਰੇ ਜੋ ਇਨਫੋਰਮੇਸ਼ਨ ਦੱਸੀ ਗਈ ਉਸ ਮੁਤਾਬਕ 4 ਜਾਣਿਆਂ ਦੀ ਮੌਤ ਹੋ ਗਈ ਅਤੇ ਕਈ ਜਾਣੇ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਪੁਲਿਸ ਵੱਲੋਂ ਇੱਕ 15 ਸਾਲ ਦੇ ਕਰੀਬ ਲੜਕੇ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਜੋ ਇਸ ਘਟਨਾ ਨਾਲ ਜੁੜਿਆ ਹੋਇਆ ਹੈ। ਅਮਰੀਕਾ ਦੇ ਇੱਕ ਸਕੂਲ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਇਸ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦਰਅਸਲ ਮਿਸ਼ੀਗਨ ਹਾਈ ਸਕੂਲ ਵਿੱਚ ਜੋ ਗੋਲੀਬਾਰੀ ਹੋਈ, ਇਸ ਦੌਰਾਨ 3 ਜਾਣਿਆਂ ਦੀ ਮੌਤ ਹੋ ਗਈ ਅਤੇ 8 ਜਾਣੇ ਜ਼ਖਮੀ ਦੱਸੇ ਗਏ। ਇਸ ਗੋਲੀਬਾਰੀ ਦੇ ਮਾਮਲੇ ਦੇ ਸੰਬੰਧ ਵਿੱਚ 15 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਅਥਾਰਟੀਜ਼ ਵੱਲੋਂ ਸਾਂਝੀ ਕੀਤੀ ਗਈ। ਜਿਹੜੇ ਸਕੂਲੀ ਵਿਦਿਆਰਥੀਆਂ ਦੀ ਇਸ ਗੋਲੀਬਾਰੀ ਦੀ ਘਟਨਾ ਵਿੱਚ ਮੌਤ ਹੋਈ ਹੈ, ਉਹਨਾਂ ਦੇ ਨਾਮ ਤੇ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੇ ਗਏ ਨੇ। ਆਕਲੈਂਡ ਕਾਉਂਟੀ ਸ਼ੈਰਿਫ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਿਹੜੇ 3 ਜਾਣਿਆਂ ਦੀ ਮੌਤ ਹੋਈ, ਉਹਨਾਂ ਦੇ ਨਾਮ ਟੇਟ ਮਾਇਰੇ, ਹਾਨਾ ਅਤੇ ਮਦੀਸੀਅਨ ਦੇ ਤੌਰ ਦੇ ਉੱਪਰ ਦੱਸੀ ਗਈ ਹੈ। ਇਹਨਾਂ ਦੀ ਉਮਰ 14 ਸਾਲ ਤੋਂ 17 ਸਾਲ ਦੇ ਵਿਚਕਾਰ ਦੱਸੀ ਗਈ ਹੈ। ਇਸ ਘਟਨਾ ਵਿੱਚ ਜਿਹੜੇ 8 ਜਾਣੇ ਜ਼ਖਮੀ ਹੋਏ, ਉਹਨਾਂ ਵਿੱਚ 7 ਵਿਦਿਆਰਥੀ ਅਤੇ 1 ਅਧਿਆਪਕ ਸ਼ਾਮਲ ਸੀ। ਇਹਨਾਂ 8 ਜਾਣਿਆਂ ਵਿੱਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਵਿੱਚੋਂ 14 ਸਾਲਾ ਇੱਕ ਲੜਕੀ ਵੈਂਟੀਲੇਟਰ ਦੇ ਉੱਪਰ ਹੈ, ਜਿਸ ਦੀ ਸਰਜਰੀ ਵੀ ਹੋਈ ਹੈ।
ਤੇ 14 ਸਾਲਾ ਲੜਕਾ ਵੀ ਗੰਭੀਰ ਹਾਲਤ ਵਿੱਚ ਦੱਸਿਆ ਜਾ ਰਿਹਾ ਹੈ, ਜਿਸ ਦੇ ਜਬਾੜੇ ਅਤੇ ਸਿਰ ਤੇ ਗੋਲੀ ਲੱਗੀ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗ ਗਈ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ PNP ਟੈਕ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਵੱਲੋਂ 99 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ ਇਸ PNP ਟੈਕ ਡਰਾਅ ਦਾ ਐਲਾਨ 30 ਨਵੰਬਰ ਨੂੰ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਸ ਡਰਾਅ ਵਿੱਚ ਬ੍ਰਿਟਿਸ਼ ਕੋਲੰਬੀਆ PNP ਟੈਕ ਜ਼ਰੀਏ ਇਨਵੀਟੇਸ਼ਨ ਜਾਰੀ ਕੀਤੇ ਗਏ, ਜੋ ਕਿ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਅਧੀਨ ਆਉਂਦਾ ਹੈ। ਹੁਣ ਇਸ ਡਰਾਅ ਵਿੱਚ ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ ਨੇ, ਉਨ੍ਹਾਂ ਵਾਸਤੇ ਜ਼ਰੂਰੀ ਸੀ ਕਿ ਉਹ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਅਤੇ ਸਕਿੱਲਸ ਇਮੀਗ੍ਰੇਸ਼ਨ ਕੈਟੇਗਰੀਜ਼ ਦੀਆਂ ਰਿਕੁਆਇਰਮੈਂਟ ਨੂੰ ਪੂਰਾ ਕਰਨ। ਇਸ ਡਰਾਅ ਵਿੱਚ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਚੋਂ ਇਨਵੀਟੇਸ਼ਨ ਹਾਸਿਲ ਹੋਏ ਨੇ ਤੇ ਉਮੀਦਵਾਰਾਂ ਕੋਲ ਘੱਟੋ-ਘੱਟ 78 ਸਕੋਰਸ ਹੋਣ ਦੀ ਜ਼ਰੂਰਤ ਸੀ। ਹੁਣ ਬ੍ਰਿਟਿਸ਼ ਕੋਲੰਬੀਆ ਵੱਲੋਂ ਐਲਾਨ ਕੀਤੇ ਗਏ ਡਰਾਅ ਤਹਿਤ ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋਏ ਨੇ, ਉਨ੍ਹਾਂ ਕੋਲ 30 ਦਿਨ ਦਾ ਸਮਾਂ ਹੈ ਕਿ ਉਹ ਨੋਮੀਨੇਸ਼ਨ ਵਾਸਤੇ ਅਪਲਾਈ ਕਰਨ। ਜਾਣਕਾਰੀ ਲਈ ਦੱਸੀਏ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਇਸ ਸਾਲ ਦੌਰਾਨ ਕਈ ਡਰਾਅ ਕੱਢੇ ਗਏ, ਜਿਸ ਤਹਿਤ ਉਨ੍ਹਾਂ ਵੱਲੋਂ 11,000 ਦੇ ਕਰੀਬ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ। ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸਿਆਂ ਵਾਸਤੇ ਅਜੇ ਵੀ ਮੌਸਮ ਸੰਬੰਧੀ ਚੇਤਾਵਨੀ ਜਾਰੀ ਹੈ, ਜਿਸ ਬਾਰੇ এনवायरमेंट ਕੈਨੇਡਾ ਵੱਲੋਂ ਦੱਸਿਆ ਜਾ ਰਿਹਾ ਹੈ। ਇੱਥੇ ਭਾਰੀ ਬਰਸਾਤ ਕਈ ਹਿੱਸਿਆਂ ਵਿੱਚ ਹੋਣ ਬਾਰੇ ਸੰਭਾਵਨਾ এনवायरमेंट ਕੈਨੇਡਾ ਵੱਲੋਂ ਜਤਾਈ ਜਾ ਰਹੀ ਹੈ। ਦੂਜੇ ਪਾਸੇ ਲਗਾਤਾਰ ਸਿੱਖ ਕਮਿਊਨਿਟੀ ਵੱਲੋਂ ਜ਼ਰੂਰਤਮੰਦਾਂ ਤੱਕ ਜ਼ਰੂਰਤ ਅਤੇ ਖਾਣ ਦੀਆਂ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਨੇ, ਰਾਹਤ ਕਾਰਜ ਚਲਾਏ ਜਾ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸਿਆਂ ਲਈ ਅਜੇ ਵੀ ਮੌਸਮ ਸੰਬੰਧੀ ਚੇਤਾਵਨੀ ਜਾਰੀ ਹੈ। ਹੁਣ ਇੱਥੋਂ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ, ਜਿਸ ਮੁਤਾਬਕ ਹਾਈਵੇ 7 ਤੇ ਲੈਂਡਸਲਾਈਡ ਦੇਖਣ ਨੂੰ ਮਿਲੀ। ਹਾਈਵੇ 7 ਨੂੰ ਹੁਣ ਅਸੈਂਸ਼ੀਅਲ ਟਰੈਵਲ ਵਾਸਤੇ ਖੋਲ੍ਹ ਦਿੱਤਾ ਗਿਆ ਹੈ। ਕੁਝ ਸਮੇਂ ਵਾਸਤੇ ਇਸ ਨੂੰ ਬੰਦ ਕੀਤਾ ਗਿਆ ਸੀ। ਦੂਜੇ ਪਾਸੇ ਐਪਸਫੋਰਡ ਨੂੰ ਨਵੰਬਰ ਦੇ ਮਹੀਨੇ ਵੈਟੈਸਟ ਮੰਥ ਦੇ ਤੌਰ ਦੇ ਉੱਪਰ ਦੇਖਿਆ ਗਿਆ। এনवायरमेंट ਕੈਨੇਡਾ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਮੁਤਾਬਕ ਇੱਥੇ ਐਪਸਫੋਰਡ ਵਿੱਚ 541 ਮਿਲੀਮੀਟਰ ਤੱਕ ਬਰਸਾਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਬਰਸਾਤ ਇੱਥੇ ਇੱਕ ਮਹੀਨੇ ਦੌਰਾਨ ਹੋਈ, ਜਿਸ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ 2006 ਵਿੱਚ 422 ਮਿਲੀਮੀਟਰ ਦੀ ਬਰਸਾਤ ਦਰਜ ਕੀਤੀ ਗਈ ਸੀ। ਇਸ ਸ਼ਹਿਰ ਵਿੱਚ ਆਮ ਤੌਰ ਤੇ ਨਵੰਬਰ ਮਹੀਨੇ ਦੌਰਾਨ 245 ਮਿਲੀਮੀਟਰ ਤੱਕ ਬਰਸਾਤ ਹੁੰਦੀ ਹੈ, ਪਰ ਇਸ ਵਾਰ ਪਿਛਲੇ ਕਈ ਰਿਕਾਰਡ ਟੁੱਟ ਗਏ। ਹੁਣ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਥਾਵਾਂ ਤੇ ਜੋ ਹਾਲਾਤ ਬਣੇ ਹੋਏ ਨੇ, ਇਸ ਦੌਰਾਨ ਸਿੱਖ ਕਮਿਊਨਿਟੀ ਵੱਲੋਂ ਲਗਾਤਾਰ ਜ਼ਰੂਰਤਮੰਦਾਂ ਤੱਕ ਖਾਣ ਪੀਣ ਦੀਆਂ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਨੇ। ਇੱਥੇ ਕਈ ਰਸਤਿਆਂ ਤੇ ਰੇਤ ਦੇ ਬੰਨ੍ਹ ਵੀ ਬਣਾਏ ਜਾ ਰਹੇ ਹਨ ਤਾਂ ਕਿ ਪਾਣੀ ਦੇ ਪੱਧਰ ਨੂੰ ਕੰਟਰੋਲ ਵਿੱਚ ਕੀਤਾ ਜਾਵੇ। ਸੋਸ਼ਲ ਮੀਡੀਆ ਦੇ ਰਾਹੀਂ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਸਿੱਖ ਕਮਿਊਨਿਟੀ ਵੱਲੋਂ ਜ਼ਰੂਰਤਮੰਦਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਖਾਣ ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਹੋਰ ਜਿਹੜੀਆਂ ਜ਼ਰੂਰੀ ਵਸਤਾਂ ਨੇ, ਇਹ ਵੀ ਉਹਨਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਜਿਹੜੇ ਇਸ ਸਮੇਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨੇ। ਜ਼ਿਕਰਯੋਗ ਹੈ ਕਿ এনवायरमेंट ਕੈਨੇਡਾ ਵੱਲੋਂ ਕਿਹਾ ਗਿਆ ਕਿ ਵੈਨਕੂਵਰ ਦੇ ਵੈਸਟ ਕੋਸਟ ਤੇ 150 ਮਿਲੀਮੀਟਰ ਤੱਕ ਬਰਸਾਤ ਹੋਏਗੀ ਤੇ ਫਰੇਜ਼ਰ ਵੈਲੀ ਵਾਸਤੇ ਉਨ੍ਹਾਂ ਵੱਲੋਂ 100 ਮਿਲੀਮੀਟਰ ਬਰਸਾਤ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਕਈ ਥਾਵਾਂ ਤੇ 90 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ। এনवायरमेंट ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਵੀਰਵਾਰ ਤੇ ਸ਼ੁੱਕਰਵਾਰ ਨੂੰ ਬਾਰਿਸ਼ ਹਲਕੀ ਹੋ ਸਕਦੀ ਹੈ। ਟੋਰਾਂਟੋ ਦੀਆਂ ਸਰਕਾਰੀ ਇਮਾਰਤਾਂ ਨੂੰ ਖੋਲ੍ਹਣ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ। ਮੇਅਰ ਨੇ ਦੱਸਿਆ ਹੈ ਕਿ ਹੁਣ ਮੁੜ ਤੋਂ ਇਮਾਰਤਾਂ ਨੂੰ 100% ਦੀ ਸਮਰੱਥਾ ਨਾਲ ਖੋਲ੍ਹਿਆ ਜਾਵੇਗਾ। ਇਸ ਬਾਰੇ ਉਹਨਾਂ ਨੇ ਨਿਊਜ਼ ਕਾਨਫਰੰਸ ਵਿੱਚ ਜਾਣਕਾਰੀ ਸਾਂਝੀ ਕੀਤੀ। ਟੋਰਾਂਟੋ ਵੱਲੋਂ ਆਪਣੀ ਸਿਟੀ ਆਫਿਸ ਬਿਲਡਿੰਗਸ ਨੂੰ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ। ਟੋਰਾਂਟੋ ਵੱਲੋਂ ਹੁਣ ਅਗਲੇ ਕੁਝ ਹਫ਼ਤਿਆਂ ਦੌਰਾਨ ਫੁੱਲੀ ਵੈਕਸੀਨੇਟਡ ਕਰਮਚਾਰੀਆਂ ਦੇ ਲਈ ਆਪਣੇ ਆਫਿਸ ਦੀਆਂ ਬਿਲਡਿੰਗਸ ਨੂੰ ਖੋਲ੍ਹ ਦਿੱਤਾ ਜਾਵੇਗਾ। ਇਸ ਬਾਰੇ ਮੇਅਰ ਵੱਲੋਂ ਇੱਕ ਨਿਊਜ਼ ਕਾਨਫਰੰਸ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਹੁਣ ਇਨ੍ਹਾਂ ਆਫਿਸ ਇਮਾਰਤਾਂ ਨੂੰ 100% ਦੀ ਕੈਪੈਸਿਟੀ ਨਾਲ ਖੋਲ੍ਹਿਆ ਜਾਵੇਗਾ। ਦੱਸ ਦਈਏ ਕਿ ਪੈਂਡੈਮਿਕ ਦੌਰਾਨ 75% ਕਰਮਚਾਰੀਆਂ ਵੱਲੋਂ ਹੀ ਆਫਿਸ ਤੋਂ ਕੰਮ ਕੀਤਾ ਜਾ ਰਿਹਾ ਸੀ। ਬਾਕੀਆਂ ਨੂੰ ਵਰਕ ਫਰਮ ਹੋਮ ਦਾ ਇੱਕ ਵਿਕਲਪ ਦਿੱਤਾ ਗਿਆ। ਮੇਅਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 25% ਕਰਮਚਾਰੀ ਅਜਿਹੇ ਸਨ ਜਿਨ੍ਹਾਂ ਵੱਲੋਂ ਆਪਣਾ ਕੰਮ ਘਰ ਤੋਂ ਹੀ ਕੀਤਾ ਜਾ ਰਿਹਾ ਸੀ। ਹੁਣ ਨਿਊਜ਼ ਕਾਨਫਰੰਸ ਦੌਰਾਨ ਮੇਅਰ ਵੱਲੋਂ ਹੋਰ ਕੀ ਅਪਡੇਟ ਦਿੱਤੀ ਗਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Opening city buildings to the community in a safe and responsible manner is another major step forward in helping Toronto return to a more active and thriving city. With our own offices opening up to maximum capacity, we will also be welcoming our remaining office staff back on January the 4th, 2022. Again, like many other workers, they have mainly been working remotely.
I believe this is an important signal to other workplaces in both the private and public sectors that we can safely return and reinvigorate the economy and the downtown core in the process, and do so safely. While many staff will still have the ability to work remotely, and that is now part of our accelerated plan to reduce our office costs and save taxpayers' dollars, we are anticipating that most will be in the office at least 3 days a week by January the 4th. This is part of a careful plan that will be carefully implemented. Also recognizing, for example, the extraordinary vaccination levels achieved by our employees, our plans require notice to our employees and will be engaged in our customary daily discussion of prevailing circumstances as we go about implementing this plan. I know that many employers have begun returning staff to work in the core, and many others are preparing to do so in January. Now is the time to begin, in a safe and responsible manner, to return people to work in the office, especially in our core, and that includes right here at our City Hall. Council and committee meetings will follow suit as we return to meeting in person in January, with an option for members to participate virtually if they wish to do so. If and when physical distancing measures are further lifted in the new year, we will welcome the public back to in-person council and committee meetings. It is my hope that this announcement inspires other businesses and employers to follow this example and to do the same, again in a careful, safe and responsible manner, subject to ongoing monitoring. ਡਾਲਟਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਘਰ ਤੇ ਗੋਲੀਆਂ ਚਲਾਈਆਂ ਗਈਆਂ। ਇਸ ਬਾਰੇ ਪੁਲਿਸ ਡਿਪਾਰਟਮੈਂਟ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੌਰਾਨ ਕੋਈ ਵੀ ਜ਼ਖਮੀ ਨਹੀਂ ਹੋਇਆ। ਫਿਲਹਾਲ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਾਰਥ ਡੈਲਟਾ ਦੇ ਇੱਕ ਘਰ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਬਾਰੇ ਡੈਲਟਾ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਡੈਲਟਾ ਦੇ ਘਰ ਤੇ ਸਵੇਰ ਸਮੇਂ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਮੁਤਾਬਕ ਇਹ ਘਟਨਾ ਤੜਕੇ 3:45 ਦੇ ਕਰੀਬ 116 ਏ ਸਟਰੀਟ ਦੇ 7400 ਬਲਾਕ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਘਰ ਤੇ ਗੋਲੀਆਂ ਚਲਾਏ ਜਾਣ ਸੰਬੰਧੀ ਪੁਲਿਸ ਨੂੰ ਜਾਣਕਾਰੀ ਹਾਸਲ ਹੋਈ ਸੀ। ਇਸ ਦੌਰਾਨ ਘਟਨਾ ਵਾਲੀ ਥਾਂ ਤੇ ਆਫੀਸਰਸ ਤੁਰੰਤ ਪਹੁੰਚੇ, ਜਿੱਥੇ ਪਹੁੰਚਣ ਦੇ ਉੱਪਰ ਉਨ੍ਹਾਂ ਨੇ ਦੇਖਿਆ ਕਿ ਕੋਈ ਵੀ ਜ਼ਖਮੀ ਨਹੀਂ ਸੀ। ਇਸ ਬਾਰੇ ਡੈਲਟਾ ਪੁਲਿਸ ਡਿਪਾਰਟਮੈਂਟ ਵੱਲੋਂ ਪ੍ਰੈਸ ਰਿਲੀਜ਼ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਨੂੰ ਲੱਗਦਾ ਹੈ ਕਿ ਇਹ ਇੱਕ ਟਾਰਗੇਟਡ ਮਾਮਲਾ ਹੈ। ਉਨ੍ਹਾਂ ਵੱਲੋਂ ਅਜੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਕਿਸੇ ਕੋਲ ਡੈਸ਼ ਕੈਮ ਫੁਟੇਜ ਹੋਵੇ ਤਾਂ ਪੁਲਿਸ ਨਾਲ 6049464411 ਜਾਂ ਫਿਰ ਕ੍ਰਾਈਮ ਸਟਾਪਰਸ ਨਾਲ 1800222847 ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸ ਖਬਰ 'ਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਕੀ ਸਥਿਤੀ ਹੈ, ਜਾਣੂ ਕਰਵਾਵਾਂਗੇ ਤੁਹਾਨੂੰ ਇਸ ਖਬਰ ਦੇ ਰਾਹੀਂ। ontario ਤੋਂ 24 ਘੰਟਿਆਂ ਦੌਰਾਨ 780 ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸੂਬੇ 'ਚ ਹੁਣ ਤੱਕ ਕੁੱਲ 6,19,270 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਜਿਹੜੇ ਮਾਮਲੇ 24 ਘੰਟਿਆਂ ਦੌਰਾਨ ਦਰਜ ਕੀਤੇ ਗਏ, ਇਹਨਾਂ ਵਿੱਚ 369 ਅਨਵੈਕਸੀਨੇਟਡ, 24 ਪਾਰਸ਼ਲੀ ਵੈਕਸੀਨੇਟਡ ਅਤੇ 336 ਫੁਲੀ ਵੈਕਸੀਨੇਟਡ ਸ਼ਾਮਲ ਨੇ। ਟੋਰਾਂਟੋ ਤੋਂ 24 ਘੰਟਿਆਂ ਦੌਰਾਨ 96, ਵਿੰਡਸਰ ਤੋਂ 88, ਸਿਮਕੋ ਤੋਂ 64, ਸਡਬਰੀ ਤੋਂ 56, ਆਟਵਾ ਤੋਂ 44, ਵਾਟਰਲੂ ਤੋਂ 43 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸੂਬੇ ਵਿੱਚ 24 ਘੰਟਿਆਂ ਦੌਰਾਨ 5 ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਤੋਂ ਬਾਅਦ ਹੁਣ ਤੱਕ ਦਾ ਕੁੱਲ ਮੌਤਾਂ ਦਾ ਅੰਕੜਾ 10,005 ਉੱਪਰ ਪਹੁੰਚ ਗਿਆ। ontario 'ਚ ਹੁਣ ਤੱਕ ਦੇ ਰਿਕਵਰਡ ਕੇਸਿਸ ਦੀ ਗਿਣਤੀ 6,02,515 ਹੈ ਤੇ ਐਕਟਿਵ ਕੇਸਿਸ ਦੀ ਗਿਣਤੀ 6,750 ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਸੂਬੇ 'ਚ ਵੱਧ ਗਿਣਤੀ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕਰ ਲਈ ਗਈ ਹੈ। ontario ਦੇ ਹਸਪਤਾਲ ਵਿੱਚ ਇਸ ਸਮੇਂ 296 ਮਰੀਜ਼ ਹਨ ਤੇ ਇੰਟੈਂਸਿਵ ਕੇਅਰ ਅਧੀਨ 137 ਮਰੀਜ਼ਾਂ ਦੀ ਗਿਣਤੀ ਦੱਸੀ ਗਈ ਹੈ। ਇਸ ਬਾਰੇ ontario ਦੇ ਹੈਲਥ ਆਫੀਸ਼ੀਅਲਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਕਿਊਬਿਕ ਤੋਂ 24 ਘੰਟਿਆਂ ਦੌਰਾਨ 1,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇੱਥੇ 24 ਘੰਟਿਆਂ ਦੌਰਾਨ 1,096 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਅਤੇ 2 ਮੌਤਾਂ ਇਸ ਵਾਇਰਸ ਕਾਰਨ ਦਰਜ ਕੀਤੀਆਂ ਗਈਆਂ। ਹੁਣ ਤੱਕ ਸੂਬੇ 'ਚ ਕੁੱਲ 4,49,367 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 11,581 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਹਸਪਤਾਲ ਵਿੱਚ ਇਸ ਸਮੇਂ 239 ਮਰੀਜ਼ਾਂ ਦੀ ਗਿਣਤੀ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 52 ਇੰਟੈਂਸਿਵ ਕੇਅਰ ਅਧੀਨ ਹਨ। ਇਸ ਪ੍ਰੋਵਿੰਸ ਵਿੱਚ 85% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਘੱਟੋ-ਘੱਟ ਇੱਕ ਡੋਜ਼ ਹਾਸਲ ਕੀਤੀ ਗਈ ਤੇ 81% ਆਬਾਦੀ ਉਹ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ ਹਾਸਲ ਕਰ ਲਈਆਂ। ਕੈਨੇਡਾ 'ਚ ਹੁਣ ਤੱਕ ਕੁੱਲ 1.7 ਮਿਲੀਅਨ ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
29,696 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ। ਇੱਥੇ ਐਕਟਿਵ ਕੇਸਿਸ ਦੀ ਗਿਣਤੀ 25,870 ਹੈ, ਜਿਨ੍ਹਾਂ ਵਿੱਚੋਂ 25,373 ਮਾਈਲਡ ਕੰਡੀਸ਼ਨ ਵਿੱਚ ਅਤੇ 497 ਸੀਰੀਅਸ ਕੰਡੀਸ਼ਨ ਵਿੱਚ ਨੇ। ਇਸ ਦੇ ਨਾਲ ਹੀ ਕੈਨੇਡਾ ਵਿੱਚ ਰਿਕਵਰਡ ਕੇਸਿਸ ਦਾ ਅੰਕੜਾ 1.7 ਮਿਲੀਅਨ ਤੋਂ ਵੱਧ ਦਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਤੇ। ਜਾਣੋ ਇਮੀਗ੍ਰੇਸ਼ਨ ਦਾ ਹਾਲ, IRCC ਨੇ ਦਿੱਤੀ ਜਾਣਕਾਰੀ। ਕੈਨੇਡਾ ਨੇ ਫਿਰ ਕੀਤੀ ਸਖਤੀ, ਯਾਤਰੀਆਂ ਵਾਸਤੇ ਐਲਾਨੇ ਨਵੇਂ ਨਿਯਮ। ਅਮਰੀਕਾ ਨੇ ਕੀਤੀ ਸਖਤੀ, ਯਾਤਰਾ ਬਾਰੇ ਐਲਾਨ ਕੀਤੇ ਨਵੇਂ ਨਿਯਮ। ਅਮਰੀਕਾ ਕਰੇਗਾ ਕੈਨੇਡਾ ਨਾਲ ਬਾਰਡਰ ਬੰਦ, ਅਮਰੀਕਾ ਵਾਲੇ ਪਾਸੇ ਤੋਂ ਆਇਆ ਜਵਾਬ। ਅਮਰੀਕਾ 'ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ, ਅਧਿਕਾਰੀਆਂ ਨੇ ਕੀਤੀ ਇਸ ਦੀ ਪੁਸ਼ਟੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।